दोस्तों ਜਦੋਂ 1991 ਦੇ ਵਿੱਚ ਮੈਂ ਇੱਕ ਫੋਟੋਗ੍ਰਾਫੀ ਦਾ ਕੰਮ ਸਿੱਖਣ ਦੇ ਲਈ ਆਇਆ ਸੀ ਤਾਂ ਮੇਰੇ ਅਜ਼ੀਜ਼ ਦੋਸਤ ਕੁਲਵੰਤ ਸੇਖੋਂ ਮੇਰੇ ਕੋਲ ਆਉਂਦੇ ਹੁੰਦੇ ਸੀਗੇ। 1991 ਅਪ੍ਰੈਲ ਦੀ ਗੱਲ ਹੈ ਅਤੇ ਉਦੋਂ ਜਦੋਂ ਜੁਲਾਈ ਦੇ ਵਿੱਚ ਨਵਾਂ ਸੈਸ਼ਨ ਸ਼ੁਰੂ ਹੁੰਦਾ ਗੁਰੂ ਗੋਬਿੰਦ ਸਿੰਘ ਕਾਲਜ, ਇੱਥੇ ਸਰਕਾਰੀ ਕਾਲਜ ਜੰਡਿਆਲਾ ਜਲੰਧਰ ਦੇ ਵਿੱਚ ਇੱਕ ਹੀ ਕਾਲਜ ਆ, ਉੱਥੇ ਉਹਨਾਂ ਦਾ ਆਉਣਾ ਜਾਣਾ ਹੁੰਦਾ ਸੀਗਾ ਅਤੇ ਉਹ ਰੋਜ਼ ਜਿੱਥੇ ਮੈਂ ਦੁਕਾਨ 'ਤੇ ਕੰਮ ਕਰਦਾ ਸੀ ਮੇਰੇ ਕੋਲ ਸਾਈਕਲ ਖੜੀ ਕਰਕੇ ਜਾਂਦੇ ਹੁੰਦੇ ਸੀਗੇ। ਕੁਲਵੰਤ ਸੇਖੋਂ ਦੇ ਨਾਲ ਸਾਂਝ ਉਦੋਂ ਦੀ ਮੇਰੀ ਪਈ ਆ। ਉਸ ਤੋਂ ਬਾਅਦ ਉਹਨਾਂ ਨੇ ਇੱਕ ਵਾਰੀ ਮੈਨੂੰ ਕਿਤਾਬ ਦਿੱਤੀ, ਨਵੀਆਂ ਪੈੜਾਂ ਦੇ ਵਿੱਚ ਸੁਸ਼ੀਲ ਦੋਸਾਂਝ ਹੋਰਾਂ ਨੇ, ਸ਼ਾਦ ਪੰਜਾਬੀ ਹੋਰਾਂ ਨੇ ਇੱਕ ਬੜਾ ਵਧੀਆ ਉਪਰਾਲਾ ਕੀਤਾ ਸੀਗਾ ਕਿ ਨਵੇਂ ਲੇਖਕ ਜਿਹੜੇ ਉੱਥੇ ਆਲੇ ਦੁਆਲੇ ਪਿੰਡਾਂ ਦੇ ਸੀਗੇ ਉਹਨਾਂ ਸਾਰਿਆਂ ਨੂੰ ਇੱਕ ਛੋਟੀ ਜਿਹੀ ਕਿਤਾਬ ਦੇ ਵਿੱਚ ਛਾਪਿਆ ਸੀਗਾ ਅਤੇ ਮੈਂ ਸ਼ਾਦ ਪੰਜਾਬੀ ਨੂੰ ਉਸ ਵੇਲੇ ਪੜ੍ਹਿਆ ਸੀਗਾ। ਤਾਂ ਮੈਨੂੰ ਲੱਗਦਾ ਸੀਗਾ ਯਾਰ ਅਸੀਂ ਮਤਲਬ ਛੋਟੇ ਮੈਂ ਤਾਂ ਛੋਟਾ ਜਿਹਾ ਹੀ ਸੀਗਾ ਉਦੋਂ, 15 ਸਾਲ ਦਾ ਸੀਗਾ, 16 ਸਾਲ ਦਾ, ਅਤੇ ਅਸੀਂ ਸੋਚਦੇ ਯਾਰ ਕਦੋਂ ਅਸੀਂ ਉਹ ਇਹਨਾਂ ਦੇ ਲੈਵਲ ਤੱਕ ਪਹੁੰਚਾਂਗੇ। ਅਤੇ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਤਕਰੀਬਨ 30 ਸਾਲ ਬਾਅਦ ਮੈਂ ਲੱਭਿਆ ਇਹਨਾਂ ਨੂੰ ਅਤੇ ਮੈਂ ਇਹਨਾਂ ਨਾਲ ਗੱਲ ਕੀਤੀ ਕਿ ਸ਼ਾਦ ਭਾਜੀ ਮੈਂ ਤੁਹਾਨੂੰ ਮਿਲਣਾ, ਬੜੇ ਉਤਸ਼ਾਹ ਨਾਲ, ਬੜੇ ਪਿਆਰ ਨਾਲ, ਔਰ ਤਕਰੀਬਨ ਜਦੋਂ ਮੈਂ ਫ਼ੋਨ ਨਹੀਂ ਵੀ ਕੀਤਾ ਅਤੇ 4 ਵਾਰੀ ਫ਼ੋਨ ਕਰਕੇ ਇਹਨਾਂ ਨੇ ਪੁੱਛਿਆ ਯਾਰ ਤੂੰ ਕਦੋਂ ਆਉਣਾ, ਦੱਸ ਮੈਂ ਆਉਣਾ ਤੇਰੇ ਕੋਲ। ਮਤਲਬ ਐਡਾ ਉਤਸ਼ਾਹ ਜਿਹੜਾ ਨਾ, ਇਹ ਜਿਹੜਾ ਹੁਣ ਦੇ ਦੌਰ ਦੇ ਵਿੱਚ ਇਹ ਚੀਜ਼ਾਂ ਲੱਭਣੀਆਂ ਤਕਰੀਬਨ ਮੈਨੂੰ ਤਾਂ 95% ਲੋਕਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਲੱਭਦੀਆਂ ਹੈਗੀਆਂ। 5% ਲੋਕ ਹੁੰਦੇ ਜਿਹੜੇ ਇਸ ਚੀਜ਼ ਨੂੰ ਹਾਲੇ ਤੱਕ ਆਪਣੇ ਅੰਦਰ ਲੁਕੋ ਕੇ ਬੈਠੇ ਆ। ਜੰਡਿਆਲਾ ਮੰਜਕੀ ਸਾਹਿਤਕਾਰਾਂ ਦਾ ਪਿੰਡ ਆ। ਰਾਜਕਮਾਲ, ਬਿਲਕੁਲ ਰਾਜਕਮਾਲ ਜਿਹੜਾ ਜੰਡਿਆਲੇ ਦੇ ਲਾਗੇ ਬੰਡਾਲੇ ਤੋਂ ਅੱਗੇ ਰਾਜਕਮਾਲ ਤੁਹਾਨੂੰ ਪਤਾ ਹੋਣਾ ਕਿ ਡਾਕਟਰ ਜਗਤਾਰ ਦਾ ਪਿੰਡ ਹੈ। ਰਾਜਕਮਾਲ ਦੇ ਬਿਲਕੁਲ ਗਵਾਂਢ ਪਿੰਡ ਹੈ ਕਾਨਾ ਢੇਸੀਆਂ, ਅਤੇ ਕਾਨਾ ਢੇਸੀਆਂ ਸਾਡੇ ਪਿਆਰੇ ਮਿੱਤਰ ਸ਼ਾਦ ਪੰਜਾਬੀ ਦਾ ਪਿੰਡ ਹੈ। ਸ਼ਾਦ ਪੰਜਾਬੀ ਬੜੇ ਲੰਮੇ ਸਮੇਂ ਤੋਂ ਪੰਜਾਬੀ ਸਾਹਿਤ ਵਿੱਚ ਕੰਮ ਕਰ ਰਿਹਾ ਔਰ ਆਪਣੀ ਵਿਲੱਖਣ ਲੇਖਣੀ ਦੇ ਨਾਲ ਲੋਕਾਂ ਦਾ ਮਨੋਰੰਜਨ ਵੀ ਕਰਦਾ। ਅੱਜ ਕੱਲ੍ਹ ਤੁਸੀਂ ਫੇਸਬੁੱਕ 'ਤੇ ਵੇਖਦੇ ਤਾਂ ਬੜਾ ਕਮਾਲ ਦਾ ਉਹਦਾ ਹਰ ਰੋਜ਼ ਦਾ ਕੋਈ ਨਾ ਕੋਈ ਸਟੇਟਸ ਹੁੰਦਾ, ਅਤੇ ਸਾਨੂੰ ਮਾਣ ਹੈ ਕਿ ਸਾਡਾ ਵੱਡਾ ਭਾਈ ਆ। ਅਤੇ ਅੱਜ ਮੈਂ ਇਹਨਾਂ ਦੇ ਕੋਲ ਹਾਂ ਅਤੇ ਆਓ ਇਹਨਾਂ ਨਾਲ ਗੱਲ ਕਰਦੇ ਹਾਂ। ਮੇਰੇ ਸਿੱਧੇ ਸਰੋਕਾਰ ਜੀ ਮੇਰਾ ਪਿੰਡ ਢੇਸੀਆਂ ਕਰਨਾ, ਅਤੇ ਬਾਬਾ ਜੀ ਮੇਰੇ ਇੱਥੇ ਖੇਤੀ ਕਰਦੇ ਸੀ, ਕਿਸਾਨ ਸੀ, ਗਰੀਬ ਕਿਸਾਨ ਕਹਿ ਲਓ, ਅਤੇ ਉਹਨਾਂ ਦੀ ਕਬੀਲਦਾਰੀ ਕਾਫੀ ਵੱਡੀ ਸੀ ਅਤੇ ਤੰਗੀਆਂ ਤੁਰਸ਼ੀਆਂ ਬਚਪਨ ਵਿੱਚ ਹੀ ਦੇਖੀਆਂ। ਅਤੇ ਨਾਂ ਉਹਨਾਂ ਮੇਰਾ ਪਰਮਜੀਤ ਸਿੰਘ ਢੇਸੀ ਰੱਖਿਆ ਸੀ। ਮਾਂ ਦਾ ਨਾਮ ਮੇਰੀ ਦਾ ਸੀਸੋ ਸੀ ਅਤੇ ਪਿਤਾ ਜੀ ਗੁਰਮੀਲ ਸਿੰਘ ਸੀਗੇ, ਅਤੇ ਬਾਬਾ ਜੀ ਦਾ ਨਾਂ ਚੱਲਣ ਸਿੰਘ ਮਾਂਡਾ ਸੀਗਾ, ਅਤੇ ਸਾਨੂੰ ਮਾਂਡਿਆਂ ਦੇ ਕਰਕੇ ਸਾਰੇ ਸੱਦਦੇ ਸੀ। ਅਤੇ ਬਾਕੀ ਸਾਰੇ ਲਗਭਗ ਸਾਡੇ ਅਨਪੜ੍ਹੇ ਹੀ ਸੀਗੇ, ਸਾਰਾ ਟੱਬਰ, ਕੋਈ ਪੜ੍ਹਿਆ ਲਿਖਿਆ ਨਹੀਂ ਸੀ, ਨਾ ਮਾਂ ਨਾ ਬਾਪ ਨਾ ਚਾਚਾ ਨਾ ਤਾਇਆ। ਮੇਰੀ ਭੂਆ ਜੀ, ਕਿ ਛੋਟੇ ਭੂਆ ਜੀ ਜਿੰਦਰੋਂ ਥੋੜ੍ਹਾ ਜਿਹਾ ਪੜ੍ਹੇ ਸੀਗੇ ਉਹ, ਅਤੇ ਉਹ ਵਿਦੇਸ਼ ਚਲੇ ਗਏ ਸੀ, ਇੰਗਲੈਂਡ, ਅਤੇ ਅੱਜ ਕੱਲ੍ਹ ਵੀ ਉੱਥੇ ਹੀ ਹੈ। ਅਤੇ ਮੈਂ ਇਕੱਲਾ ਹੀ ਹੁਣ ਇਸ ਵੇਲੇ ਰਹਿੰਦਾ ਹਾਂ। ਜ਼ਿੰਦਗੀ ਦੇ ਕੁਝ ਪਹਿਲੂ ਅਜਿਹੇ ਆਏ ਅਤੇ ਇਕੱਲੇ ਹੋ ਗਏ। ਕਹਿੰਦੇ ਹੁੰਦੇ ਆ ਬਈ ਲਿਖਣ ਸਾਡੇ ਕੋਈ ਨਹੀਂ ਸੀ ਲਿਖਦਾ, ਮਤਲਬ ਕੁਛ ਪਤਾ ਵੀ ਨਹੀਂ ਸੀ ਕਿਸੇ ਨੂੰ ਵੀ ਕਵਿਤਾ ਕੀ ਹੁੰਦੀ ਆ, ਗਜ਼ਲ ਕੀ ਹੁੰਦੀ ਆ। ਸਾਡੀ ਫੈਮਿਲੀ 'ਚ ਕਦੇ ਕਿਸੇ ਨੂੰ ਪਤਾ ਨਹੀਂ ਸੀ, ਮੇਰਾ ਖਿਆਲ ਕਦੇ ਕਿਸੇ ਨੇ ਕੁਛ ਸੁਣਿਆ ਨਹੀਂ ਸੀ। ਅਤੇ ਮੈਨੂੰ ਇਸ ਚੇਤਕ ਲੱਗੀ ਹੈਗੀ ਆ ਜਦੋਂ ਮੈਂ ਪ੍ਰਾਇਮਰੀ 'ਚ ਪੜ੍ਹਦਾ ਸੀ। ਸਾਡੇ ਸੀਗੇ ਟੀਚਰ, ਪ੍ਰਾਇਮਰੀ ਟੀਚਰ ਮੇਰੇ ਸਰਵਣ ਰਾਹੀ ਜੀ, ਉਹ
ਬਹੁਤ ਵਧੀਆ ਗਜ਼ਲ ਗਾਉਂਦੇ ਹੁੰਦੇ ਸੀ ਤੇ ਸਕੂਲੇ ਜਦੋਂ ਕੋਈ ਪ੍ਰੋਗਰਾਮ ਹੁੰਦਾ ਸੀ ਤੇ ਉਹ ਲਿਖਦੇ ਵੀ ਸੀ ਖੁਦ। ਤੇ ਉਹਨਾਂ ਨੇ ਫਿਰ ਉਹਨਾਂ ਵੱਲ ਦੇਖ ਕੇ ਉਹਨਾਂ ਨੇ ਮੈਨੂੰ ਕਿਤਾਬਾਂ ਲਿਆ ਕੇ ਦੇਣੀਆਂ, ਪ੍ਰਾਇਮਰੀ ਸਿੱਖਿਆ, ਤੇ ਇੱਦਾਂ ਦੇ ਰਸਾਲੇ ਉਹਨੇ ਮੈਨੂੰ ਘਰ ਲਵਾ ਦਿੱਤੇ ਵੀ ਤੂੰ ਪੜ੍ਹਿਆ ਕਰ। ਬਸ ਫਿਰ ਪੜ੍ਹਦਾ ਮੈਨੂੰ ਤੁਸੀਂ ਇਹ ਸਮਝ ਲਓ ਵੀ ਪ੍ਰਾਇਮਰੀ ਵਿੱਚੋਂ ਹੀ ਮੈਂ ਇੱਧਰਲੇ ਪਾਸੇ ਲੱਗ ਗਿਆ। ਤੇ ਫਿਰ ਪਿੰਡੇ ਹੀ ਸੀ ਪ੍ਰਾਇਮਰੀ ਸਕੂਲ, ਹਾਈ ਸਕੂਲ ਵੀ ਪਿੰਡੇ ਹੀ ਸੀ। ਪਿੰਡ ਹਾਈ ਸਕੂਲੇ ਚਲੇ ਗਏ। ਹਾਈ ਸਕੂਲੇ ਮੋਹਨ ਲਾਲ ਜੀ ਸੀ ਟੀਚਰ ਸਾਡੇ ਪੰਜਾਬੀ ਦੇ, ਉਹ ਵੀ ਬਹੁਤ ਵਧੀਆ ਜਾਣੀ ਗਜ਼ਲ ਗਾਉਂਦੇ ਸੀਗੇ ਤੇ ਲਿਖਦੇ ਵੀ ਵਧੀਆ ਸੀ। ਤੇ ਉਹਨਾਂ ਨੇ ਵੀ ਮੈਨੂੰ ਕਾਫੀ ਉਤਸ਼ਾਹਿਤ ਕੀਤਾ ਤੇ ਮੈਂ ਫਿਰ ਇਸ ਪਾਸੇ ਤੁਰਦਾ ਗਿਆ ਤੇ ਕਾਲਜ ਚਲੇ ਗਿਆ, ਗੁਰੂ ਗੋਬਿੰਦ ਸਿੰਘ ਕਾਲਜ ਜੰਡਿਆਲਾ। ਤੇ ਉੱਥੇ ਮੇਰੇ ਫਿਰ ਹਮ ਜਮਾਤੀ ਕਹਿ ਲਓ, ਮੈਨੂੰ ਸਾਡੀ ਸੁਸਾਇਟੀ ਜਿਹੀ ਬਣ ਗਈ ਤੇ ਉੱਥੇ ਇੱਕ ਗਰੁੱਪ ਸਾਡਾ ਬਣ ਗਿਆ ਜਿਹਨੂੰ ਅਸੀਂ ਉਦੋਂ ਕਹਿੰਦੇ ਹੁੰਦੇ ਸੀ ਵੀ ਮੁਸਾਫਰ ਗਰੁੱਪ। ਉਹਦੇ ਵਿੱਚ ਪਿੰਡਾ ਧਾਲੀਵਾਲ, ਪਿੰਡਾ ਜਮਸ਼ੀਰੀਆ ਜਿਹਨੂੰ ਹੁਣ ਸੱਦਦੇ ਆ, ਬਹੁਤ ਵਧੀਆ ਲੇਖਕ ਆ, ਸੁਖੀ ਨਿੱਜਰ ਤੇ ਕੁਲਵੰਤ ਸਿੰਘ ਸੇਖੋਂ ਜੋ ਅੱਜ ਕੱਲ੍ਹ ਅਮਰੀਕਾ ਵਿੱਚ ਨੇ, ਬੜਾ ਵਧੀਆ ਲਿਖਦੇ ਨੇ। ਹਰਵਿੰਦਰ ਰਿਆੜ ਹੁੰਦਾ ਸੀ ਤੇ ਹੋਰ ਵੀ ਬਹੁਤ ਸਾਰੇ ਸਾਡੇ ਇਸ ਗਰੁੱਪ ਦੇ ਬੰਦੇ ਹੁੰਦੇ ਸੀ। ਤੇ ਪ੍ਰਵੀਨ ਬੰਗਾ ਆਉਂਦੇ ਹੁੰਦੇ ਸੀਗੇ ਆਪਣੇ ਬੰਗਿਆਂ ਤੋਂ, ਅੱਜ ਕੱਲ੍ਹ ਉਹ ਆਗੂ ਬਣੇ ਹੋਏ ਨੇ, ਬਹੁਤ ਵਧੀਆ ਬੰਦੇ ਨੇ, ਬਹੁਤ ਵਧੀਆ ਇਨਸਾਨ ਨੇ। ਤੇ ਉਹਨਾਂ ਨੇ ਹੱਲਾਸ਼ੇਰੀ ਦਿੱਤੀ ਵੀ ਸ਼ਾਇਦ ਤੈਨੂੰ ਕਿਤਾਬ ਛਪਾਉਣੀ ਚਾਹੀਦੀ ਹੈ। ਤੇ ਉਹ ਸਰਕਾਰੀ ਗੌਰਮੈਂਟ ਕਾਲਜ ਸੀਗਾ, ਫੀਸਾਂ ਘੱਟ ਸੀ, ਤਦੇ ਅਸੀਂ ਉੱਥੇ ਪੜ੍ਹਨ ਲੱਗੇ ਸੀ ਕਿਉਂਕਿ ਇੰਨੀ ਹਿੰਮਤ ਤਾਂ ਹੈ ਨਹੀਂ ਸੀ ਵੀ ਕਿਤੇ ਵਧੀਆ ਕਾਲਜ ਜਾਂ ਕਿਤੇ ਹੋਰ ਜਾ ਕੇ ਅਸੀਂ ਪੈਸੇ ਦੇ ਦਮ 'ਤੇ ਵਧੀਆ ਪੜ੍ਹੀਏ। ਵਧੀਆ ਤੋਂ ਮਤਲਬ ਕਿ ਵਧੀਆ ਅਦਾਰੇ 'ਚ। ਤੇ ਇਹ ਕਾਲਜ ਬਹੁਤ ਵਧੀਆ ਸੀਗਾ, ਪੜ੍ਹਾਈ ਵਧੀਆ ਹੁੰਦੀ ਸੀ ਤੇ ਇੱਥੇ ਵਧੀਆ ਸਟਾਫ ਸੀ। ਸਾਡੇ ਪ੍ਰਿੰਸੀਪਲ ਜੀ ਮੈਡਮ ਖੁਸ਼ਪਾਲ ਕੌਰ ਜੀ ਤੇ ਸਾਹਿਤ ਨਾਲ ਜੁੜੇ ਹੋਏ ਪ੍ਰੋਫੈਸਰ ਬਲਦੇਵ ਕਮਲ ਜੀ ਤੇ ਪ੍ਰੋਫੈਸਰ ਰੰਧਾਵਾ ਜੀ। ਉਹਨਾਂ ਨੇ ਫਿਰ ਕਾਫੀ ਮੈਨੂੰ ਇੱਧਰਲੇ ਪਾਸੇ ਉਹਨਾਂ ਨੇ ਕਮੀਆਂ ਵੀ ਗਿਣਾਈਆਂ ਤੇ ਉਤਸ਼ਾਹਿਤ ਵੀ ਕੀਤਾ। ਤੇ ਉਦੋਂ ਫਿਰ ਅਸੀਂ ਰਲ ਮਿਲ ਕੇ, ਮੈਨੂੰ ਯਾਦ ਆ ਵੀ ਜਮਸ਼ੇਰ ਅਸੀਂ ਤੁਹਾਡੇ ਹੁੰਦਾ ਸੀਗਾ ਟੀਚਰ ਬਹਾਦਰ ਸਿੰਘ, ਉਹਨਾਂ ਨੇ ਸਾਡੀ ਪਹਿਲੀ ਕਿਤਾਬ ਲਈ ਬੜਾ ਯੋਗਦਾਨ ਦਿੱਤਾ। ਤੇ ਮੈਂ ਉਹਨਾਂ ਦੇ ਸਕੂਲੇ ਗਿਆ ਤੇ ਉਹ ਇਕੱਲੇ ਕਲਾਸ ਵਿੱਚ ਬੱਚਿਆਂ ਦੀ ਵਿੱਚ ਜਾ ਕੇ ਕਵਿਤਾ ਬੋਲੀ। ਤੇ ਫਿਰ ਉਹ ਬਹਾਦਰ ਸਿੰਘ ਜੀ ਨੇ ਦੱਸਿਆ ਵੀ ਇਹਨੇ ਕਿਤਾਬ ਛਪਾਉਣੀ ਹੈ, ਮੇਰੇ ਕੋਲ ਪੈਸਾ ਕੋਈ ਹੈ ਨਹੀਂ ਗਾ ਤੇ ਆਪਾਂ ਪੈਸੇ ਇਕੱਠੇ ਕਰਨੇ। ਤੇ ਬੱਚਿਆਂ ਨੇ ਕਿਸੇ ਨੇ 10, ਕਿਸੇ ਨੇ 5, ਕਿਸੇ ਨੇ 50 ਤੇ ਇੱਦਾਂ ਇਕੱਠੇ ਕਰਕੇ ਤੇ ਉਹ ਪਹਿਲੀ ਕਿਤਾਬ ਛਪਾਈ ਸੀ ਗਮਾਂ ਦੇ ਗਲੋਟੇ। ਉਦੋਂ ਮੇਰਾ ਨਾਂ ਵੀ ਕਲੀਅਰ ਨਹੀਂ ਸੀ, ਉਦੋਂ ਮੈਂ ਲਿਖਦਾ ਹੁੰਦਾ ਸੀ ਆਪਣੇ ਨਾਂ ਨੂੰ ਪਰਮ ਢੇਸੀ ਸ਼ਾਦ ਪੰਜਾਬੀ। ਉਦੋਂ ਗਮਾਂ ਦੇ ਗਲੋਟੇ ਕਿਤਾਬ ਆਈ ਤੇ ਕਾਫੀ ਪਸੰਦ ਕੀਤੀ ਗਈ। ਫਿਰ ਮੇਰੀ ਘਰ ਦੀ ਹਾਲਤ ਕੁਝ ਇੰਨੀ ਬਹੁਤੀ ਵਧੀਆ ਨਹੀਂ ਸੀ ਤੇ ਮੈਨੂੰ ਪੜ੍ਹਨ ਦੇ ਨਾਲ ਕੰਮ ਵੀ ਕਰਨਾ ਪੈਂਦਾ ਸੀ। ਜੇ ਮੈਂ ਦੁਕਾਨੇ, ਸਾਡੇ ਔਜਲਾ ਕਲੀਨਿਕ ਹੁੰਦੀ ਸੀ, ਨਿਰਮਲ ਸਿੰਘ ਔਜਲਾ ਮਠੱਡਿਆਂ ਵਾਲੇ, ਜਸਪਾਲ ਸਿੰਘ ਜਿਹਨੂੰ ਪਾਲ ਨੂਰਪਿੰਲ ਵੀ ਉਹ ਲਿਖਦਾ ਵੀ ਹੈ, ਤੇ ਉਹਨਾਂ ਨਾਲ ਮੇਰੀ ਸੰਗਤ ਹੋਈ। ਉਹਨਾਂ ਨੇ ਉੱਥੇ ਕਾਲਜ ਤੋਂ ਟਾਈਮ ਪਾਸ ਕਰਕੇ ਉੱਥੋਂ ਚਲੇ ਜਾਣਾ ਆਪਣੇ ਦੁਕਾਨੇ, ਉੱਥੇ ਉਹਨਾਂ ਦਾ ਹੱਥ ਵਟਾਉਣਾ ਤੇ ਉਹਨਾਂ ਨਾਲ ਬੜਾ ਪਿਆਰ ਪੈ ਗਿਆ। ਤੇ ਉਹਨਾਂ ਨੇ ਭਾਜੀ ਉਹਨਾਂ ਨੇ, ਨਿਰਮਲ ਭਾਜੀ ਅੱਜ ਕੱਲ੍ਹ ਅਮਰੀਕਾ ਵਿੱਚ ਨੇ, ਬੜੀ ਮੇਰੀ ਮਦਦ ਕੀਤੀ ਇਸ ਪਾਸੇ। ਉਹਨਾਂ ਨੇ ਗੁਰਦਿਆਲ ਰੋਸ਼ਨ ਜੀ ਨੂੰ ਮਿਲਾਇਆ ਸੀ ਫਿਲੌਰ, ਉਹਨਾਂ ਨੂੰ ਕਿਤੇ ਮਿਲੇ ਤੇ ਉਹਨੇ ਕਿਹਾ ਵੀ ਸਾਡੇ ਇੱਦਾਂ ਬੰਦਾ ਹੈਗਾ। ਤੇ ਫਿਰ ਮੈਂ ਉਹਨਾਂ ਰਾਹੀਂ ਗੁਰਦਿਆਲ ਰੋਸ਼ਨ ਜੀ ਨੂੰ ਮਿਲਿਆ ਤੇ ਉਹਨਾਂ ਨੂੰ ਉਸਤਾਦ ਬਣਾਇਆ। ਤੇ ਉੱਥੇ ਹੀ ਉਲਫਤ ਬਾਜਵਾ ਜੀ ਮਿਲੇ, ਉਹਨਾਂ ਦੀ ਵੀ ਕਿਤਾਬ ਛਪਦੀ ਸੀ ਉਸ ਵੇਲੇ, ਰੋਸ਼ਨ ਸਾਹਿਬ ਦੀ ਸੀਗੀ ਕਾਲੇ ਹਾਸ਼ੀਏ ਤੇ ਬਾਜਵਾ ਸਾਹਿਬ ਦੀ ਸੀ ਸਾਰਾ ਜਹਾਨ ਮੇਰਾ। ਤੇ ਕੀ ਕਹਿ ਲਓ ਕਿ ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਗਈ।
ਤੇ ਏਡੇ ਵਧੀਆ ਸ਼ਾਇਰਾਂ ਨਾਲ ਮੇਰਾ ਮੇਲ ਹੋਇਆ ਤੇ ਖੁਸ਼ਕਿਸਮਤ ਸੀਗਾ ਮੈਂ ਕਿ ਮੇਰੇ ਉਸਤਾਦ ਬਣ ਗਏ ਰੋਸ਼ਨ ਸਾਹਿਬ। ਤੇ ਇਹਨਾਂ ਦਾ ਜਿਹੜਾ ਸਾਹਿਤਕ ਕੇਂਦਰ ਸੀਗਾ ਉਹ ਸੀਗਾ ਔੜ। ਉੱਥੋਂ ਇੱਕ ਆਦਮੀ ਮਹਿਕ ਰਸਾਲਾ ਵੀ ਸਤਪਾਲ ਸਾਲੋਂ ਨਹੀਂ ਕੱਢਦੇ ਹੁੰਦੇ ਸੀ ਤੇ ਔੜ ਜਾਣਾ ਆਉਣਾ ਹੋ ਗਿਆ ਜੀ। ਸੰਧੂ ਬਰਿਆਣਵੀ ਸਾਹਿਬ ਹੁੰਦੇ ਸੀ ਉੱਥੇ ਤੇ ਉੱਥੋਂ ਔੜ ਨੇ ਵੀ ਸਾਹਿਤ ਦੇ ਖੇਤਰ ਵਿੱਚ ਮੇਰੇ ਜੀਵਨ 'ਚ ਬਹਾਰ ਲਿਆਂਦੀ ਹੈ। ਬੜਾ ਵਧੀਆ ਉਹਨੇ ਸਮਾਗਮ ਕੀਤੇ ਤੇ ਮੇਰੀ ਜਿਹੜੀ ਦੂਸਰੀ ਕਿਤਾਬ ਸੀ ਟੁੱਟੇ ਦਿਲਾਂ ਦੀ ਦਾਸਤਾਨ ਉਹ ਫਿਰ ਔੜ ਰਿਲੀਜ਼ ਕੀਤੀ ਸੀ। ਮੈਂ ਬੜਾ ਭਾਗਾਂ ਵਾਲਾ ਆ। ਤੇ ਦਿੱਲੀੋਂ ਆਏ ਸੀਗੇ ਚਾਨਣ ਗੋਬਿੰਦਪੁਰੀ ਜੀ ਉਸਤਾਦ ਸ਼ਾਇਰ ਤੇ ਉਲਫਤ ਬਾਜਵਾ ਜੀ ਸਨ ਤੇ ਜਾਣੀ ਉੱਥੋਂ ਫਿਰ ਗਾਂਹ ਵੱਧਦੇ ਤੇ ਵੱਧ ਗਿਆ। ਮੈਂ ਤਾਂ ਹਜੇ ਵੀ ਆਪਣੇ ਆਪ ਨੂੰ ਬਹੁਤ ਛੋਟਾ ਜਿਹਾ ਬੰਦਾ, ਛੋਟਾ ਜਿਹਾ ਸ਼ਾਇਰ ਸਮਝਦਾ। ਕਈ ਵਾਰੀ ਲਿਖ ਦਿੰਦੇ ਨੇ ਮੇਰੇ ਪੜ੍ਹਨ ਵਾਲੇ ਵੀ ਤੁਸੀਂ ਲਿਖਦੇ ਬੜਾ ਵਧੀਆ ਹੋ, ਤੁਹਾਡੀ ਗੱਲ ਸਿੱਧੀ ਦਿਲ 'ਚ ਲੱਗਦੀ ਹੈ, ਪਰ ਤੁਹਾਡਾ ਕੋਈ ਐਡਾ ਕੱਦ ਨਹੀਂ ਹੈ। ਮੈਂ ਕਿਹਾ ਜੀ ਕੱਦ ਮੇਰਾ ਉੱਦਾਂ ਵੀ 4.5 ਫੁੱਟ ਰਹੀ ਹੈ। ਤੇ ਮੈਂ ਕਿਹਾ ਜੀ ਤੁਹਾਨੂੰ ਪਸੰਦ ਆਉਂਦੀ ਆ, ਦਰਸ਼ਕਾਂ ਨੂੰ ਵਧੀਆ ਲੱਗਦਾ ਹੈ, ਪਾਠਕਾਂ ਨੂੰ ਵਧੀਆ ਲੱਗਦੀ ਹੈ, ਬਸ ਮੇਰੇ ਲਈ ਇਹੀ ਕੱਦ ਬਹੁਤ ਆ। ਤੇ ਬਸ ਇਉਂ ਸਿਲਸਿਲਾ ਚੱਲਦਾ ਗਿਆ ਜੀ ਤੇ ਅੱਜ ਤੱਕ ਚੱਲੀ ਜਾ ਰਿਹਾ। ਵਿੱਚੋਂ ਫਿਰ ਘਰ ਦੀਆਂ ਕੁਝ ਪ੍ਰੋਬਲਮਾਂ ਇੱਦਾਂ ਹੋਈਆਂ। ਇੱਥੋਂ ਫਿਰ ਜੜਿਆਲਿਓਂ ਮੈਂ ਚਲੇ ਗਿਆ ਸੀ ਨਵਾਂ ਜ਼ਮਾਨਾ ਅਖਬਾਰ 'ਚ ਸਬ ਐਡੀਟਰ। 10-12 ਸਾਲ ਮੈਂ ਉੱਥੇ ਲਾਏ। ਫਿਰ ਮੈਨੂੰ ਨੌਕਰੀ ਛੱਡਣੀ ਪਈ। ਮੰਮੀ ਡੈਡੀ ਬਿਮਾਰ ਹੋਣ ਕਾਰਨ ਦੋਨਾਂ ਨੂੰ ਕੈਂਸਰ ਹੋ ਗਿਆ। ਤੇ ਫਿਰ ਮੈਂ 15 ਕੁ ਸਾਲ ਜਾਣੀ ਗੁੰਮਨਾਮ ਰਿਹਾ। 15 ਸਾਲ ਮੈਂ ਨੇ ਨਾ ਕਿਤੇ ਛਪਿਆ ਕਿ ਨਾ ਫਿਰ ਮੈਂ ਲਿਖਿਆ। ਫਿਰ ਕੁਦਰਤੀ ਮੇਲ ਹੋਏ ਉਸਤਾਦ ਜੀ ਨਾਲ, ਗੁਰਦਿਆਲ ਰੋਸ਼ਨ ਜੀ ਨਾਲ। ਉਹਨਾਂ ਨੇ ਕਿਹਾ ਵੀ ਤੂੰ ਲਿਖ ਜਿੱਦਾਂ ਪਹਿਲਾਂ ਲਿਖਦਾ ਉੱਦਾਂ ਹੀ ਲਿਖੋ। ਫਿਰ ਹੁਣ ਮੈਨੂੰ ਹੋ ਗਿਆ 5-7 ਸਾਲ, ਫਿਰ ਦੁਬਾਰਾ ਸ਼ੁਰੂ ਕੀਤਾ ਕੰਮ। ਤੇ ਬਸ ਲੋਕਾਂ ਦਾ ਪਿਆਰ ਬੜਾ ਮਿਲਿਆ। ਤੇ ਕਹਿੰਦੇ ਹੁੰਦੇ ਨੇ ਵੀ ਇਹ ਜਿਹੜਾ ਸ਼ੌਂਕ ਵਾ ਨਾ ਲਿਖਣ ਦਾ, ਇਹਦੇ ਘਰ ਫੂਕ ਤਮਾਸ਼ਾ ਦੇਖਣ ਵਾਲੀ ਗੱਲ ਆ। ਕਿਉਂਕਿ ਵਾਹ ਤਾਂ ਸਾਰੇ ਹੀ ਕਰਦੇ ਨੇ ਤੇ ਪਰ ਲੇਖਕ ਦੀ, ਸ਼ਾਇਰ ਦੀ ਕੋਈ ਕੀ ਕਹਿ ਲਓ ਵੀ ਮਦਦ ਕਰਨ ਨੂੰ ਕੋਈ ਤਿਆਰ ਨਹੀਂ। ਉੱਦਾਂ ਕਹਿ ਦਿੰਦੇ ਆ ਵੀ ਕੋਈ ਨਹੀਂ, ਪਰਵਾਹ ਨਹੀਂ ਕਰਨੀ। ਪਰ ਕੋਈ ਟਾਵਾਂ ਬਿਰਲਾ ਹੁੰਦਾ, ਜਿੱਦਾਂ ਕਹਿ ਲਓ ਵੀ ਕੁਲਵੰਤ ਸੇਖੋਂ ਆ, ਨਿਰਮਲ ਸਿੰਘ ਜੀ ਔਜਲਾ, ਜਸਪਾਲ ਸਿੰਘ ਜੀ ਜਿੰਦਰ, ਤੇ ਬੜੇ ਵਧੀਆ ਉਹਨਾਂ ਨੇ ਮੇਰਾ ਸਾਥ ਦਿੱਤਾ। ਹਜੇ ਵੀ ਦੇ ਰਹੇ ਨੇ। ਤੁਹਾਨੂੰ ਤਾਂ ਪਤਾ ਹੀ ਆ ਵੀ ਇੱਦਾਂ ਦੇ ਹਾਲਾਤ ਹੋਣ, ਇੱਕ ਲਾਕਡਾਊਨ ਕਰਕੇ ਥੋੜ੍ਹਾ ਕੰਮ ਵੀ ਛੱਡਣਾ ਪਿਆ ਤੇ ਬਸ ਯਾਰਾਂ ਦੋਸਤਾਂ ਆਸਰੇ ਹੀ ਰੋਟੀ ਖਾਧੀ। ਤੇ ਬਸ ਇਹੀ ਆ ਜੀ ਮੇਰਾ ਜਿਹੜਾ ਸਰੋਕਾਰ। ਉਹ ਦੌਰ ਜਦੋਂ ਮੈਂ ਸਿੱਖਣਾ ਸ਼ੁਰੂ ਕੀਤਾ, ਉਹ ਦੌਰ ਤੇ ਅੱਜ ਦੇ ਦੌਰ ਵਿੱਚ ਫਰਕ ਬਹੁਤ ਆ ਭਾਜੀ। ਉਦੋਂ ਉਸਤਾਦਾਂ ਵਿੱਚ ਵੀ ਉਤਸ਼ਾਹ ਹੁੰਦਾ ਸੀ ਤੇ ਸ਼ਾਗਿਰਦਾਂ ਵਿੱਚ ਵੀ ਉਤਸ਼ਾਹ ਹੁੰਦਾ ਸੀ ਸਿੱਖਣ ਦਾ, ਤੇ ਉਸਤਾਦਾਂ 'ਚ ਹੁੰਦਾ ਸੀ ਸਿਖਾਲਣ ਦਾ। ਤੇ ਉਹ ਬਹੁਤ ਹੀ ਵਧੀਆ ਢੰਗ ਨਾਲ ਸਿਖਾਲਦੇ ਸੀ। ਜਿੱਦਾਂ ਮੇਰੇ ਉਸਤਾਦ ਜੀ, ਉਹਨਾਂ ਨੇ ਬੜਾ ਹੀ ਮੈਨੂੰ ਜੇ ਝਿੜਕਣਾ ਵੀ ਆ ਤੇ ਬੜੇ ਪਿਆਰ ਨਾਲ ਝਿੜਕਣਾ। ਤੇ ਅੱਜ ਦਾ ਦੌਰ, ਪਹਿਲੀ ਤਾਂ ਗੱਲ ਆ ਵੀ ਕੁਛ ਸਿੱਖਣ ਨੂੰ ਰਾਜੀ ਨਹੀਂ। ਉਹ ਇਹ ਚਾਹੁੰਦੇ ਆ ਵੀ ਬਸ ਅਸੀਂ ਇੱਕ ਸ਼ਾਇਰ ਹੀ ਬਣ ਜਾਈਏ, ਸਾਡਾ ਨਾਂ ਹੋ ਜਾਏ, ਅਸੀਂ ਪਾਪੂਲਰ ਹੋ ਜਾਈਏ ਤੇ ਸਾਡੀ ਬੱਲੇ ਬੱਲੇ ਹੋ ਜਾਏ। ਹੁਣ ਉਹ ਦੌਰ ਤਾਂ ਨਹੀਂ ਰਿਹਾ, ਪਰ ਵਧੀਆ ਇਸ ਵੇਲੇ ਵਧੀਆ ਸ਼ਾਇਰ ਨਿਕਲ ਰਹੇ ਨੇ, ਨਿਕਲ ਵੀ ਰਹੇ ਨੇ। ਤੇ ਪਰ ਉਹਨਾਂ ਨੂੰ
ਜਿੱਦਾਂ ਪਹਿਲਾਂ ਬੰਦਿਸ਼ਾਂ ਹੁੰਦੀਆਂ ਸੀ ਨਾ, ਹੁਣ ਜਿਹੜੇ ਨਵੇਂ ਲੇਖਕ ਆ ਉਹ ਬੰਦਿਸ਼ਾਂ ਵਿੱਚ ਰਹਿ ਕੇ ਰਾਜੀ ਨਹੀਂ ਹੈ, ਤੇ ਨਾ ਉਹ ਉਸਤਾਦ ਦੀ ਮਾਰ ਝੱਲਣ ਨੂੰ ਰਾਜੀ ਹੈ। ਇਸ ਦੌਰ ਦੇ ਵਿੱਚ ਤੇ ਮੈਂ ਇਹ ਕਹਿੰਦਾ ਵੀ ਪਹਿਲਾਂ, ਸਭ ਤੋਂ ਪਹਿਲਾਂ ਸਾਨੂੰ ਜੇ ਅਸੀਂ ਸ਼ਾਇਰ ਬਣਨਾ, ਲੇਖਕ ਬਣਨਾ, ਤੇ ਸਾਨੂੰ ਤਾਂ ਪਹਿਲਾਂ ਪੜ੍ਹਨਾ ਪਊਗਾ। ਪਰ ਅੱਜ ਕੀ ਹੋ ਰਿਹਾ, ਅਸੀਂ ਪੜ੍ਹਨਾ ਨਹੀਂ ਚਾਹੁੰਦੇ, ਅਸੀਂ ਆਪਣਾ ਪੜ੍ਹਾਉਣਾ ਚਾਹੁੰਦੇ ਹਾਂ। ਪੜ੍ਹਨਾ ਨਹੀਂ ਚਾਹੁੰਦੇ ਹੈ, ਤੇ ਕਾਫੀ ਫਰਕ ਆ ਉਸ ਦੌਰ ਦਾ ਤੇ ਇਸ ਦੌਰ ਦਾ। ਬਿਲਕੁਲ ਜੀ, ਬਿਲਕੁਲ। ਸਾਹਿਤ ਤੇ ਸਰਮਾਏਦਾਰੀ ਦਾ ਇੰਨੀ ਭਾਰੂ ਹੋਈ ਹੋਇਆ ਇਸ ਵੇਲੇ। ਦੇਖੋ, ਕੋਈ ਹਿਮਾਤੜ ਬੰਦਾ ਮੇਰੇ ਵਰਗਾ ਕਿਤਾਬ ਛਪਾਉਣੀ ਹੋਵੇ ਤਾਂ ਬੜੀਆਂ ਵਿਚਾਰਾਂ ਕਰਨੇ, ਸੋਚਦਾ ਕਿੰਨੇ ਸਾਲ ਲੰਘ ਗਏ ਮੈਨੂੰ ਹੁਣ ਦੁਬਾਰਾ ਕਿਤਾਬ ਛਪਾਉਣ ਨੂੰ, 10-12 ਸਾਲ ਲੰਘ, ਨਹੀਂ ਛਪਾ ਸਕਦੇ। ਤੇ ਸਰਮਾਏਦਾਰੀ ਦਾ ਯੁੱਗ ਹੁਣ ਇੱਦਾਂ ਆ ਗਿਆ ਜੀ, ਉਹਨਾਂ ਨੇ ਬਿਜ਼ਨਸ ਬਣਾ ਲਿਆ ਇਸ ਚੀਜ਼, ਆਪਣੀਆਂ ਉਹਨਾਂ ਨੇ ਕੇਂਦਰ ਖੋਲ੍ਹ ਲਏ ਆ। ਤੇ ਅਸੀਂ ਇਹ ਪਹਿਲਾਂ ਵੀ ਇਸ ਗੱਲ ਲਈ ਸੀ ਲੜਦੇ ਹੁੰਦੇ ਸੀ ਵੀ ਇਹ ਸਰਮਾਏਦਾਰੀ ਦੇ ਪਹਿਲਾਂ ਤੋਂ ਜਿਹੜਾ ਲੇਖਕ ਮੁੱਢ ਵੱਜਦਾ, ਅਸੀਂ ਸਰਮਾਏਦਾਰੀ ਦੇ ਖਿਲਾਫ ਲੜੇ ਆ, ਤੇ ਅਸੀਂ ਦੂਰਦਰਸ਼ਨ ਦੇ ਖਿਲਾਫ ਲੜੇ, ਅਸੀਂ ਆਕਾਸ਼ਵਾਣੀ ਦੇ ਖਿਲਾਫ ਲੜੇ ਵੀ ਤੁਸੀਂ ਸਰਮਾਏਦਾਰ ਜਿਹੜੇ ਚੰਦ ਲੇਖਕ ਆ ਉਹਨਾਂ ਨੂੰ ਤੁਸੀਂ ਟੀਵੀ ਤੇ ਵੀ ਮੌਕਾ ਦਿੰਦੇ ਆ, ਤੁਸੀਂ ਆਕਾਸ਼ਵਾਣੀ ਤੇ ਵੀ ਮੌਕਾ ਦਿੰਦੇ ਆ। ਤੇ ਜਿਹੜੇ ਸਮਾਗਮ ਹੋ ਰਹੇ ਆ ਜੀ, ਉਹਨਾਂ ਦੇ ਵਿੱਚ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਜਾਂਦਾ ਜਾਂ ਕਹਿ ਲਓ ਵੀ ਮੋਹਰੇ ਲਿਆਂਦਾ, ਉਹ ਵੀ ਸਰਮਾਏਦਾਰ ਹੀ ਆ। ਅਗਰ ਤੁਸੀਂ ਕਿਸੇ ਨੂੰ ਸਨਮਾਨਿਤ ਕਰਨਾ, 1 ਲੱਖ ਰੁਪਈਆ ਦੇਣਾ, ਤੁਸੀਂ ਇੱਕ ਉਸ ਬੰਦੇ ਨੂੰ ਦੇ ਰਹੇ ਹੋ ਜਿਸ ਬੰਦੇ ਨੂੰ ਕਿਸੇ ਚੀਜ਼ ਦੀ ਘਾਟ ਹੀ ਨਹੀਂ ਹੈਗੀ, ਠੀਕ ਹੈ ਜੀ। ਤੇ ਤੁਸੀਂ ਕਿਉਂ ਨਹੀਂ ਉਹਨੂੰ 5 ਲੇਖਕਾਂ ਦੀ ਮਦਦ ਕਰਦੇ ਜਿਹੜੇ ਹਿਮਾਤੜ ਵਧੀਆ ਲਿਖਦੇ, ਤੇ ਉਹਨਾਂ ਨੂੰ ਮੌਕਾ ਮਿਲੇ, ਗਾਹ ਮੌਕਾ ਮਿਲੇ, ਠੀਕ ਹੈ ਕਿ ਨਹੀਂ। ਤੇ ਦੇਖੋ ਜੀ, ਗਰੁੱਪ ਬਣੇ ਹੋਏ ਨੇ, ਗਰੁੱਪਬਾਜ਼ੀ ਚੱਲ ਰਹੀ ਹੈ। ਕਈ ਵਾਰੀ ਤਾਂ ਮਨ ਬਹੁਤ ਦੁਖੀ ਹੁੰਦਾ ਇਸ ਗੱਲੋਂ। ਉਹ ਜਿਹੜਾ ਗਰੁੱਪ ਆ ਉਹ ਉਹਦੇ ਖਿਲਾਫ ਆ, ਉਹ ਜਿਹੜਾ ਗਰੁੱਪ ਆ ਉਹਦੇ ਖਿਲਾਫ ਆ। ਇਹ ਜੀ ਇਸ ਬੰਦੇ ਦੀ ਰਚਨਾ, ਇਹਨੂੰ ਬੰਦੇ ਨੂੰ ਮੋਹਰੇ ਨਾ ਆਉਣ ਦੇਣਾ, ਇਹ ਫਲਾਣੇ ਦਾ ਗਰੁੱਪ ਦਾ ਆ। ਇਹ ਕਈ ਵਾਰੀ ਮੇਰੇ ਨਾਲ ਇੱਦਾਂ ਹੋਇਆ ਵੀ ਮੇਰੀਆਂ ਰਚਨਾਵਾਂ ਮੋੜੀਆਂ ਗਈਆਂ, ਨਹੀਂ ਛਾਪੀਆਂ ਗਈਆਂ, ਟੀਵੀ ਤੇ ਮੌਕਾ ਨਹੀਂ ਦਿੱਤਾ। ਸਮਝੇ ਤੁਸੀਂ ਗੱਲ ਨੂੰ? ਇਸ ਨੂੰ ਸਰਮਾਏਦਾਰੀ ਤਾਂ ਹਰ ਜਗ੍ਹਾ ਭਾਰੂ ਆ ਜੀ, ਪਰ ਅਸੀਂ ਤਾਂ ਲੜਦੇ ਰਹੇ ਜੀ, ਪਹਿਲਾਂ ਵੀ, ਅੱਗੇ ਵੀ ਲੜਦੇ ਰਹਿਣਾ ਜੀ। ਇਸ ਕਰਕੇ ਅਸੀਂ ਘਾਟੇ 'ਚ ਵੀ ਬਹੁਤ ਰਹੇ ਹਾਂ। ਮੈਂ ਤਾਂ ਖਾਸ ਕਰਕੇ ਬਹੁਤ ਘਾਟੇ 'ਚ ਰਿਹਾ। ਮੇਰਾ ਤਾਂ ਇੰਨਾ ਵਿਰੋਧ ਕੀਤਾ ਉਹਨਾਂ ਨੇ ਵੀ ਇਹ ਬੰਦਾ ਠੀਕ ਨਹੀਂ ਹੈਗਾ। ਤੇ ਅਸੀਂ ਸਨਮਾਨ ਬਾਰੇ ਮੈਂ ਲਿਖਿਆ ਵੀ ਸੀ ਮਾੜਾ ਜਿਹਾ ਵੀ ਸਨਮਾਨ ਬਾਰੇ ਨਹੀਂ, ਮੈਂ ਰੋਟੀ ਬਾਰੇ ਸੋਚਦਾ ਹਾਂ, 4 ਕਦਮ ਚੱਲ ਸਕਾਂ, ਸੋਟੀ ਬਾਰੇ ਸੋਚਦਾ। ਤੁਸੀਂ ਕਿਸੇ ਨੂੰ ਸਹਾਰਾ ਦਿਓ, ਜਿਹੜੇ ਪਹਿਲਾਂ ਹੀ ਬਾਬਾ ਬੋੜ ਨੇ, ਜਿਹਨਾਂ ਕੋਲ ਪੈਸਿਆਂ ਵੱਲੋਂ ਕੋਈ ਕਮੀ ਨਹੀਂ, ਜੇ ਤੁਸੀਂ ਉਹਨਾਂ ਨੂੰ ਹੀ ਕਰਦੇ ਰਹੇ ਤਾਂ ਫਿਰ ਜਿਹੜਾ ਵਿਚਾਰੇ ਹਿਮਾਤੜ ਦਾ ਲੇਖਕ ਨੇ, ਤੇ ਉਹ ਤਾਂ ਵਿਚਾਰੇ ਫਿਰ ਕਦੇ ਅੱਗੇ ਆਉਣਗੇ ਹੀ ਨਹੀਂ। ਉਸ ਜੁਗਾੜ ਦੇ ਖਿਲਾਫ ਹੀ ਅਸੀਂ ਦੂਰਦਰਸ਼ਨ ਦੇ ਖਿਲਾਫ ਧਰਨਾ ਲਾਇਆ ਸੀ 1992-93 'ਚ, ਪਰ ਹੋਇਆ ਕੁਛ ਨਹੀਂ ਜੀ। ਤੇ ਉਹ ਇੱਦਾਂ ਹੋਈ ਵੀ ਉਹ ਸਾਡੇ ਵਿੱਚੋਂ ਵੀ ਉਹਨਾਂ ਨੇ 2-3 ਕੱਢ ਲਾਏ, ਉਹਨਾਂ ਨੂੰ ਮੌਕਾ ਦੇ ਦਿੱਤਾ, ਤੇ ਸਾਡਾ ਜਿਹੜਾ ਸੰਘਰਸ਼ ਸੀ ਉਹ ਖਤਮ ਹੋ ਗਿਆ। ਹਰ ਜਗ੍ਹਾ ਜੁਗਾੜ ਚੱਲਦਾ ਜੀ। ਦੇਖੋ, ਜੇ ਕਿਸੇ ਦੀ ਕਿਤੇ ਪਹੁੰਚ ਹੈ ਉਹ ਇਸਤੇਮਾਲ ਕਰਦਾ ਹੈ। ਇੱਕ ਹਿਮਾਤੜ ਬੰਦੇ ਦੀ ਮੇਰੀ ਲਾ ਲਓ ਤੁਸੀਂ, ਇੱਕ ਛੋਟਾ ਜਿਹਾ ਪਿੰਡ ਢੇਸੀਆਂ ਕਰਨਾ, ਉਹਦੇ ਵਿੱਚੋਂ ਉੱਠ ਕੇ ਇੱਕ ਗਰੀਬ ਘਰ ਚੋਂ ਉਹ ਬੰਦਾ ਕਿੱਥੇ ਜੁਗਾੜ ਲਗਾਊਗਾ? ਤੁਸੀਂ ਮੈਨੂੰ ਦੱਸੋ। ਜੇ ਇਹਦਾ ਕੋਈ ਰਾਜਸੀ ਪਹਿਲੂ ਨਹੀਂ, ਕੋਈ ਕੁਛ ਨਹੀਂ ਹੈ, ਪਰਿਵਾਰ ਦਾ ਨਹੀਂ ਹੈ ਕੋਈ, ਠੀਕ ਹੈ। ਮੈਂ ਤਾਂ ਜਿੱਥੇ ਤਾਈਂ ਪਹੁੰਚਿਆ ਆਪਣੇ ਯਾਰਾਂ ਦੋਸਤਾਂ ਸਾਰੇ, ਮੈਂ ਤੁਹਾਨੂੰ ਸੱਚ ਦੱਸਦਾ ਵੀ 5 ਸਾਲ ਹੋ ਗਏ, 5.5 ਸਾਲ, ਤੇ ਮੈਨੂੰ ਰੋਟੀ ਵੀ ਮੇਰੇ ਯਾਰ ਦੋਸਤ ਦੇ ਰਹੇ, ਜੀਂਦੇ ਵਾਦੇ ਰਹਿਣ। ਉਹ ਇੱਥੇ ਪਿੰਡ ਮੇਰਾ ਸ਼ਿੰਦਰਪਾਲ ਸਿੰਦਾ, ਉਹਨਾਂ ਨੇ ਆਪਣੇ ਜਦੋਂ ਸਾਰਾ ਕੁਛ ਮੇਰੇ ਕੋਲ ਰਿਹਾ ਹੀ ਕੁਛ ਨਹੀਂ, ਮੰਮੀ ਡੈਡੀ ਪੂਰੇ ਹੋ ਗਏ,
ਤੇ ਸਾਥ ਛੱਡਣ ਵਾਲੇ ਸਾਥ ਛੱਡ ਗਏ। ਤੇ ਫਿਰ ਉਹਨਾਂ ਨੇ ਰੋਟੀ ਵੀ, ਪਾਣੀ, ਚਾਹ, ਮਤਲਬ ਇੱਕ ਪਰਿਵਾਰ ਵਾਂਗੂ ਉਹਨਾਂ ਨੇ ਮੈਨੂੰ ਸੰਭਾਲਿਆ। ਕਾਸ਼ ਕਿਤੇ ਇਹ ਸਾਹਿਤ ਜਗਤ ਵਿੱਚ ਵੀ ਇਦਾਂ ਹੋ ਜਾਵੇ, ਜਿਹੜੇ ਵਿਚਾਰੇ ਆਰਥਿਕ ਤੌਰ ਤੋਂ ਹੀਣੇ ਆ। ਮੈਂ ਤਾਂ ਚਲੋ ਸਰੀਰਕ ਤੌਰ ਤੇ ਵੀ ਹੀਣਾ ਸੀ, ਤੇ ਜਿਹੜੇ ਆਰਥਿਕ ਤੌਰ ਤੇ ਹੀਣੇ ਉਹਨਾਂ ਨੂੰ ਉਹਨਾਂ ਦੀ ਮਦਦ ਕੀਤੀ ਜਾਵੇ, ਉਹਨਾਂ ਨੂੰ ਨਾਲ ਲੈ ਕੇ ਚੱਲਣ। ਠੀਕ ਹੈ, ਪਰ ਗੱਲ ਤਾਂ ਇਹ ਆ ਵੀ ਈਰਖਾ ਬਹੁਤ ਆ। ਈਰਖਾ ਇੰਨੀ ਆ, ਤੁਸੀਂ ਗੱਲ ਛੱਡ ਦਿਓ ਵੀ ਜੇ ਇਸ ਲੇਖਕ ਨੇ ਮੇਰੀ ਪੋਸਟ ਤੇ ਇਹਨੂੰ ਵਧੀਆ ਨਹੀਂ ਕਿਹਾ ਨਾ, ਕਮੈਂਟ ਨਹੀਂ ਕੀਤਾ, ਤੇ ਉਹਨਾਂ ਨੇ ਤੁਹਾਡੀ ਪੋਸਟ ਤੇ ਵੀ ਨਹੀਂ ਕਰਨਾ। ਉਹਨਾਂ ਨੇ ਜੇ ਤੁਸੀਂ ਕਿਤੇ ਅਖਬਾਰ ਜਾਂ ਹੋਰ ਕਿਤੇ ਉਹਨਾਂ ਦੇ ਹੱਕ 'ਚ ਕੁਝ ਕਿਹਾ ਨਹੀਂ, ਤੇ ਉਹਨੇ ਤੁਹਾਡੇ ਹੱਕ 'ਚ ਵੀ ਨਹੀਂ ਕਰਨਾ। ਇਹ ਹੈ ਸਾਡੀ ਲੇਖਣ। ਜੇ ਅਸੀਂ ਸ਼ਾਇਰ ਹੀ ਜੇ ਇਦਾਂ ਕਰਾਂਗੇ ਤੇ ਫਿਰ ਅਸੀਂ ਸਮਾਜ ਨੂੰ ਕੀ ਦੇਵਾਂਗੇ? ਦੇਖੋ, ਲੇਖਕ ਜਿਹੜਾ ਹੁੰਦਾ ਨਾ, ਉਹ ਲਿਖ ਹੀ ਤਾਂ ਸਕਦਾ ਜੇ ਉਹ ਭਾਵੁਕ ਹੋਊਗਾ, ਤਾਂ ਦਿਲ ਤੋਂ ਭਾਵੁਕ ਹੋਊ। ਮੈਂ ਬਹੁਤ ਭਾਵੁਕ ਹਾਂ, ਤੇ ਹਾਂ ਇਹ ਹੈ ਗੁੱਸਾ ਵੀ ਆਉਂਦਾ ਹੈ। ਦੋਨੇ ਚੀਜ਼ਾਂ ਹੋਣੀਆਂ ਚਾਹੀਦੀਆਂ ਸਾਡੇ 'ਚ। ਬੇਇਨਸਾਫੀ ਦੇ ਖਿਲਾਫ ਸਾਡੇ ਕੋਲ ਗੁੱਸਾ ਵੀ ਹੋਣਾ ਚਾਹੀਦਾ। ਜੇ ਅਸੀਂ ਬੇਇਨਸਾਫੀ ਦੇ ਖਿਲਾਫ ਨਾ ਲਿਖਿਆ ਤੇ ਫਿਰ ਸਾਡੇ ਲੇਖਕ ਹੋਣ ਦਾ ਕੋਈ ਫਾਇਦਾ ਨਹੀਂ। ਕਿਸਾਨ ਸੰਘਰਸ਼ ਚੱਲ ਰਿਹਾ, ਬਹੁਤੇ ਲੇਖਕ, ਬਹੁਤੇ ਮੈਂ ਨਾਂ ਲੈ ਰਿਹਾ, ਸੌਰੀ, ਬਹੁਤੇ ਲੇਖਕ ਚੁੱਪ ਨਹੀਂ ਲਿਖ ਰਹੇ। ਗੁਰਦਿਆਲ ਰੋਸ਼ਨ ਜੀ ਤੁਸੀਂ ਪੜ੍ਹੋ, ਰੋਜ਼ ਲਿਖ ਰਹੇ, ਰੋਜ਼ ਲਿਖ ਰਹੇ, ਕਿੰਨਾ ਵਧੀਆ ਲਿਖ ਰਹੇ ਨੇ। ਤੇ ਮੇਰੀ ਵੀ ਕੋਸ਼ਿਸ਼ ਇਹੀ ਹੁੰਦੀ, ਕਿਤੇ ਵੀ ਕੋਈ ਬੇਇਨਸਾਫੀ ਹੁੰਦੀ ਹੈ ਉਹਦੇ ਖਿਲਾਫ ਲਿਖਣਾ ਸਾਡਾ ਫਰਜ਼ ਆ। ਅਸਲ 'ਚ ਤਾਂ ਫੇਰ ਹੀ ਅਸੀਂ ਕੋਈ ਸਾਹਿਤਕਾਰ ਹਾਂ, ਨਹੀਂ ਤਾਂ ਫਿਰ ਅਸੀਂ ਵੀ ਉਹੋ ਹੀ ਹਾਂ ਜਿਹੜੇ ਬਸ ਵੀ ਆਪਣਾ ਦੇਖੋ, ਘਰ ਬੈਠੋ, ਚੁੱਪ ਕਰਕੇ ਬੋਲੋ ਨਾ। ਫਿਰ ਸ਼ਾਇਰ ਜਾਂ ਲੇਖਕ ਹੋਣ ਦਾ ਕੋਈ ਫਾਇਦਾ ਨਹੀਂ। ਕਹਿਣੀ ਤੇ ਕਰਨੀ ਇੱਕੋ ਹੀ ਹੋਣੀ ਚਾਹੀਦੀ ਹੈ। ਪਰ ਹੁਣ ਬਹੁਤੇ ਲੋਕਾਂ ਨੇ ਮੈਨੂੰ ਬੁਰਾ ਵੀ ਕਹਿਣਾ, ਪਰ ਹੁਣ ਇਹ ਹੈ ਨਹੀਂ। ਅਸੀਂ ਗਜ਼ਲਾਂ ਦੇ ਵਧੀਆ ਇਨਕਲਾਬੀ ਵੀ ਲਿਖ ਲੈਂਦੇ ਹਾਂ, ਪਰ ਅਸੀਂ ਸ਼ੋਸ਼ਣ ਵੀ ਕਰਦੇ ਹਾਂ। ਕਈ ਬੰਦੇ ਮੈਂ ਦੇਖੇ ਆ, ਮੈਂ ਨਾਂ ਨਹੀਂ ਲੈਣਾ ਉਹਨਾਂ ਦਾ, ਮੈਂ ਅਖਬਾਰ 'ਚ ਵੀ ਕੰਮ ਕੀਤਾ, ਤੇ ਉੱਥੇ ਲਿਖਦੇ ਆ ਵੀ ਫਲਾਨੇ ਦਾ ਜੀ ਸ਼ੋਸ਼ਣ ਹੋ ਰਿਹਾ, ਤੇ ਐਮਕੜੇ ਦਾ ਕੋਈ, ਜਦ ਖੁਦ ਉੱਥੇ ਸ਼ੋਸ਼ਣ ਹੁੰਦਾ, ਦੀਵੇ ਥੱਲੇ ਹਨੇਰਾ, ਪਰ ਬੋਲਦਾ ਨਹੀਂ ਕੋਈ ਵੀ। ਉਹ ਤੇ ਹਿੰਮਤ ਨਹੀਂ ਕਿਸੇ ਦੀ ਹਿੰਮਤ ਨਹੀਂ ਬੋਲਣ ਦੀ, ਪਰ ਬੋਲਣਾ ਪਊਗਾ। ਮੈਂ ਇਹ ਸਮਝਦਾ ਬੋਲਣਾ ਪਊਗਾ। ਜੇ ਅਸੀਂ ਹੁਣ ਨਾ ਬੋਲੇ ਨਾ, ਫਿਰ ਤਾਂ ਸਾਡੀਆਂ ਜੀਭਾਂ ਕੱਟੀਆਂ ਜਾਣਗੀਆਂ, ਗੂੰਗੇ ਬਣਾ ਦਿੱਤੇ ਜਾਵਾਂਗੇ। ਘੱਟੋ ਘੱਟ ਹੋਰ ਕੁਝ ਨਹੀਂ ਕਰ ਸਕਦੇ ਆਪਾਂ। ਸਰੀਰਕ ਤੌਰ ਤੇ ਉੱਥੇ ਜਾ ਕੇ ਨਹੀਂ ਕਿਸੇ ਦੀ ਮਦਦ ਕਰ ਸਕਦੇ, ਲਿਖ ਤਾਂ ਸਕਦੇ ਆ ਨਾ। ਕਿਤੇ ਵੀ ਕੋਈ ਬੇਇਨਸਾਫੀ ਹੁੰਦੀ ਹੈ, ਲਿਖਣਾ ਚਾਹੀਦਾ। ਦੋਸ਼ ਸਾਰਿਆਂ ਵਿੱਚ ਹੀ ਆ, ਮੇਰੇ ਵਿੱਚ ਵੀ ਹੋ ਸਕਦਾ। ਉਭਾਰਨ ਲਈ ਸਾਨੂੰ ਸਭ ਤੋਂ ਪਹਿਲਾਂ ਤਾਂ ਨਾ ਜਿਹੜਾ ਗਰੁੱਪਬਾਜ਼ੀ ਖਤਮ ਕਰਨੀ ਪੈਣੀ ਆ। ਦੂਜੀ ਗੱਲ ਇਹ ਆ ਵੀ ਰਲ ਕੇ ਲੜਨਾ ਪੈਣਾ। ਇੱਦਾਂ ਦੀ ਗੱਲ ਜੇ ਅਸੀਂ ਅੱਜ ਸ਼ਾਦ ਕਹਿੰਦਾ ਆ ਤੇ ਦੂਆ ਕੋਈ ਮੇਰੇ ਨਾਲ ਸਹਿਮਤ ਨਹੀਂ ਹੁੰਦਾ, ਫੇਰ ਤਾਂ ਕੁਝ ਵੀ ਨਹੀਂ ਹੋਣਾ। ਸ਼ਾਦ ਨੇ ਤਾਂ ਆਪਣਾ ਫਰਜ਼ ਨਿਭਾਈ ਜਾਣਾ। ਪਰ ਮੈਂ ਤੁਹਾਨੂੰ ਇਹ ਕਹਿੰਦਾ ਵੀ ਤੁਸੀਂ ਆਪਣੇ ਵੱਲ ਹੀ ਦੇਖ ਲਓ। ਤੁਸੀਂ ਇੰਨੀਆਂ ਤੰਗੀਆਂ ਤੁਰਸ਼ੀਆਂ ਹੋਣ ਦੇ ਬਾਵਜੂਦ ਇੱਕ ਮਹਾਨ ਕੰਮ ਕਰ ਰਹੇ ਹੋ। ਅਣਗੌਲੇ ਲੇਖਕਾਂ ਨੂੰ, ਜਿਨ੍ਹਾਂ ਨੂੰ ਗੌਲਿਆ ਨਹੀਂ ਗਿਆ, ਉਹਨਾਂ ਨੂੰ ਤੁਸੀਂ ਲੋਕਾਂ ਦੇ ਸਾਹਮਣੇ ਲਿਆ ਰਹੇ ਹੋ। ਇੱਦਾਂ ਹੀ ਬਾਕੀ ਦਾ ਮੀਡੀਆ ਲਾ ਲਓ, ਉਹਨਾਂ ਨੂੰ ਵੀ ਇਹ ਕੰਮ ਕਰਨਾ ਪੈਣਾ। ਤੁਸੀਂ ਆਪਣਾ ਭੁੱਖੇ ਢੱਡੇ ਕੰਮ ਕਰ ਰਹੇ ਹੋ, ਉਹ ਰੱਜੇ ਢੱਡੇ ਕੰਮ ਨਹੀਂ ਕਰ ਸਕਦੇ। ਇਹ ਫਰਕ ਸਾਨੂੰ ਮਿਟਾਉਣਾ ਪੈਣਾ ਹੈ।
हाँ बिल्कुल बिल्कुल बिल्कुल। मैं एक तो मेरे उस्ताद गुरदियाल रोशन मैं तक हजे भी वो ये आ भी तू रोटी खा ली आ, शाम ਨੂੰ फोन करके पूछना रोटी खा ली, खा भी ले कहना पूछना दस दे मैं रोटी खा ली। एक निर्मल सिंह औजला ते एक साडे मेरे पिंड दा दलजीत सिंह ढेसी, इन्हां ने वाकई ही मेरी मदद की। सोचा दोस्तों बारे सोचा, ऐसी गल नहीं पंजे उंगलियां इक्को नहीं है, कुछ वधिया लोग भी है। मैनू जो उल्फत बाजवा जी जींदे सी वो कोलों किराया ला के मेरा मैनू नाल लेके जाते, किराया भी कोलों लाना उन्होंने, मैनू कहना भी तू इदा कर किराया तो करा जा ला के, उदों 2-4 रुपये लगते सी किराया तो किराया तो फिर मैनू नाल लेके जाना। तो इदा ही आरफ गोविंदपुरी फुआड़े दे अंदर वो भी उन्होंने भी बहुत उत्साहत होंदा इस काम का, वो अपने कोलों पैसा खर्चते थे, टीचर से अपने कोलों पैसा खर्चते। रोशन साहब भी होंगे मेरे ख्याल अद्धी तनख्वाह तो इधर ला देंगे। काश किते जेडे सरदे पुरदे आ सारे लेखक तो नहीं शाद वर्गे है, गरीब बंदे तकड़े भी है, मिटा सकते हो ये दूरियां मिटा सकते हैं, पर नहीं ये होना नहीं। कुलवंत सेखों नहीं ला लो तुम, आप पिछे हो जाता हो, उन्होंने बहुत बारी कही तो तू अगे आ जा, नहीं मदद करता हो, कितने भी साथ समागो पहला मदद करता हो, वधिया बंदे है। देखो जी हुण तां ये चलन बन गया बई जिहदे कुछ पैसे हैगे आ वो झट किताब कर दिंदा, ठीक है। तो ये तो सानू नैतिक तौर पर भी जिम्मेवारी साड़ी बनती है भी की असी किताब छपाउण जोगे हो गए। मैं तो ये समझदा कि मैं भी उदों कोई ज़्यादा काहली करके, ठीक है कि नहीं। तो ये रुझान कुछ उस्ताद शायरां नूं भी अगे आउणा चाहिए, उन्होंने भी वध तो वध जिहड़े इदां दे लेखक आ उन्हां नाल संपर्क करना चाहिए, जिथे समागम हुंदे एक पैमाना बनाया जाए। घट्टो घट्ट जिहड़े पबलिशर ने, पबलिशर तो अपना बिजनस देखते हैं, उन्होंने तो जे पबलिशर ये गल्लां नोट करन देखण तो फिर काम घट सकदा। जिहड़ी म्यारी नहीं है उन्होंने जवाब दे दित्ता भी तू हजे काका अटकला, अजे थोड़ा होर परिपक्व हो जा भी उदों बाद छुपा लें, पर नहीं हुण काल ज़्यादा आया जी। बिल्कुल जी बिल्कुल। एक समा अजिहा आया सी भी मैं हौसला बिल्कुल हार गया सी, ते मैं एक शेर लिखिया सी, करनी पवेगी एक दिन खुदकशी, रवैया दोस्तां दा रहा जे अगर। तो मैनू उस्ताद साहब ने बहुत झड़किया सी उत्ते भी असीं शायर हाँ, असीं तां चढ़दी कला च रहना है, लोकां नूं असीं चढ़दी कला च रखना है। बस जी उस दिन तो बाद फिर ये तक लिया धार लिया, बड़ा मुश्किलों का सामना किया है। तो मैं नहीं समझता कि मेरी मुश्किल खत्म हो गई है, अगे भी जिंदा दिल जिंदाबाद, जीना इदा ही जीना पैना, तो जीना खुश हो के जीना। बहुते लोग मैनू कह देंगे यार तेरिया गज़लां बड़ियां उदास कर देंदी रुवा देंदी। मैं कहा यार काश किते मैं किसी नूं हसा सकदा है ना। तो हुण कोशिश करिया करनी भी कोई हसाउण वाली भी लिखीए। तो जिंदगी ना मेरा यह है, जिंदगी ने लड़ना बहुत जरूरी है, मुश्किलों नाल लड़ना, फिर ही सच्चे लेखक हाँ, फिर ही असीं लोकां नूं कुछ देवांगे। पहला सानूं खुद नूं लड़ना पैना, लड़ रहे हैं अगे भी लड़ना, जिन्ना चिर साह उन्ना चिर लड़दा ही रहा।